ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਤੋਂ ਇੱਕ ਨਵੀਂ ਸੀਰੀਜ਼ ਸ਼ੁਰੂ ਕਰਦੇ ਹਾਂ ਜੀ। ਅੱਗੇ ਪ੍ਰਸ਼ਨ ਪੜਾਂਗੇ ਮਿਡੀਵਲ ਹਿਸਟਰੀ ਦੇ। ਹੁਣ ਤੋਂ ਪੁਰਾਣੇ ਸਾਲਾਂ ਦੇ ਪ੍ਰਸ਼ਨ UPSC ਵਾਲੇ ਮੱਧਕਾਲੀਨ ਭਾਰਤ ਦੇ ਕੁਐਸਚਨ ਦੇਖਦੇ ਆ ਜੀ। The Mughal school of painting formed the spinal column of different schools of Indian miniature art। ਵੀ ਜਿਹੜੀ ਮੁਗਲ ਸਕੂਲ ਦੀ ਪੇਂਟਿੰਗ ਆ ਉਹ ਆਧਾਰ ਆ ਜੀ ਹੋਰ ਇੰਡੀਅਨ ਪੇਂਟਿੰਗਾਂ ਦਾ। ਠੀਕ ਹੈ ਜੀ। Which one of the following painting styles was not affected by ਮੁਗਲ ਪੇਂਟਿੰਗ। ਇਹਨਾਂ ਵਿੱਚੋਂ ਆਪਾਂ ਦੇਖਣਾ ਕਿ ਅਜਿਹਾ ਕਿਹੜਾ ਪੇਂਟਿੰਗ ਦਾ ਸਟਾਈਲ ਆ ਜਿਹੜਾ ਮੁਗਲ ਪੇਂਟਿੰਗ ਤੋਂ ਪ੍ਰਭਾਵਿਤ ਨਹੀਂ ਆ। ਮੁਗਲ ਪੇਂਟਿੰਗ ਤੋਂ ਪ੍ਰਭਾਵਿਤ ਨਹੀਂ ਆ। ਪਹਾੜੀ ਪੇਂਟਿੰਗ ਹੈ ਜੀ ਮੁਗਲਾਂ ਦਾ ਸੀਗਾ। ਰਾਜਸਥਾਨ ਤੇ ਇੰਨਾ ਰਾਜ ਕੀਤਾ ਮੁਗਲਾਂ ਨੇ ਤੇ ਰਾਜਸਥਾਨੀ ਪੇਂਟਿੰਗ ਵੀ ਮੁਗਲ ਪੇਂਟਿੰਗ ਤੋਂ ਕਾਫੀ ਪ੍ਰਭਾਵਿਤ ਸੀ। ਕਾਂਗੜਾ ਵੀ ਪਹਾੜੀ ਪੇਂਟਿੰਗ ਦੇ ਲੱਗ ਗਈ ਹੈ ਜੀ, ਇਹ ਵੀ ਪ੍ਰਭਾਵਿਤ ਸੀ। ਆਨਸਰ ਹੈ ਜੀ ਕਾਲੀਘਾਟ ਮੁਗਲ ਪੇਂਟਿੰਗ ਤੋਂ ਪ੍ਰਭਾਵਿਤ ਨਹੀਂ ਸੀ। ਆ ਤਿੰਨ ਆਪਾਂ ਦੇਖ ਲਏ ਇਹਦਾ ਮਤਲਬ ਚੌਥਾ ਆਪਣੇ ਆਪ ਕੀ ਹੋ ਗਿਆ ਆਨਸਰ। ਅਗਲਾ ਪ੍ਰਸ਼ਨ ਹੈ ਜੀ Who among the following were famous jurists of medieval India। ਮੱਧਕਾਲੀਨ ਭਾਰਤ ਵਿੱਚ ਹੁਣ ਤੋਂ ਆਪਾਂ ਮਾਈਂਡ ਵਿੱਚ ਰੱਖੀਏ ਮੱਧਕਾਲੀਨ ਭਾਰਤ ਕਿਹੜਾ ਆ। 10ਵੀਂ 11ਵੀਂ ਸ਼ਤਾਬਦੀ ਤੱਕ ਜਿਹੜਾ ਹੈ ਭਾਰਤ ਦਾ ਇਤਿਹਾਸ ਉਹਨੂੰ ਅਸੀਂ ਕਹਿ ਦਿੰਦੇ ਹਾਂ ਪ੍ਰਾਚੀਨ ਭਾਰਤ। ਤੇ ਜਦੋਂ ਮੁਸਲਿਮ ਹਮਲੇ ਸ਼ੁਰੂ ਹੋਏ ਨਾ, ਪਹਿਲਾ ਹਮਲਾ ਹੋਇਆ ਤੁਹਾਨੂੰ ਪਤਾ ਮਹਿਮੂਦ ਗਜਨਵੀ ਦਾ 11ਵੀਂ ਸ਼ਤਾਬਦੀ ਵਿੱਚ, ਫਿਰ ਬਾਅਦ ਵਿੱਚ ਮੁਹੰਮਦ ਗੌਰੀ ਦੇ ਹਮਲੇ, ਫਿਰ ਬਾਅਦ ਵਿੱਚ ਦਿੱਲੀ ਸਲਤਨਤ ਦਾ ਰਾਜ ਹੋ ਗਿਆ। ਮੁਸਲਿਮ ਰਾਜ ਤੋਂ ਲੈ ਕੇ ਅੰਗਰੇਜ਼ਾਂ ਦੀ ਆਮਦ ਤੱਕ ਅਸੀਂ ਮੋਟਾ ਕਹਿ ਦਿੰਦੇ ਹਾਂ ਕਿ ਇਹ ਕੀ ਆ ਮੱਧਕਾਲੀਨ ਭਾਰਤ ਦਾ ਇਤਿਹਾਸ ਆ। ਤੇ ਉਹ ਗੱਲ ਹੋ ਰਹੀ ਹੈ ਜੀ ਹੁਣ। ਅੱਛਾ, ਇਸ ਤੋਂ ਪਹਿਲਾਂ ਵਾਲਾ ਕਿਹੜਾ ਹੋਇਆ ਫਿਰ ਪ੍ਰਾਚੀਨ ਭਾਰਤ, ਤੇ ਅੰਗਰੇਜ਼ਾਂ ਦੀ ਆਮਦ ਤੋਂ ਬਾਅਦ ਵਾਲਾ ਕਿਹੜਾ ਇਤਿਹਾਸ ਹੋਇਆ ਆਧੁਨਿਕ ਭਾਰਤ। ਠੀਕ, ਤੇ ਆਜ਼ਾਦੀ ਤੋਂ ਬਾਅਦ ਵਾਲਾ ਕਿਹੜਾ ਹੋਇਆ ਜਿਹੜਾ ਹੁਣ ਚੱਲਦਾ ਪਿਆ ਕੰਟੈਂਪਰੇਰੀ। ਇਹ ਥੋੜਾ ਤੁਹਾਨੂੰ ਪਤਾ ਹੋਣਾ ਚਾਹੀਦਾ। ਅੱਗੇ ਦੇਖਦੇ ਜੀ ਇਹਨਾਂ ਵਿੱਚੋਂ ਕੌਣ ਫੇਮਸ ਜੂਰਿਸਟ ਸੀ ਮੱਧਕਾਲੀਨ ਭਾਰਤ ਵਿੱਚ। ਜੂਰਿਸਟ ਕੀ ਹੁੰਦੇ ਜੀ ਜੱਜ, ਜਿਹੜਾ ਨਿਆਂ ਦਿੰਦੇ ਆ ਜੀ ਜੂਰਿਸਟ। ਸਿਲੈਕਟ ਦਾ ਕਰੈਕਟ ਆਂਸਰ ਯੂਜ਼ਿੰਗ ਦਾ ਕੋਰਸ ਗਿਵਨ ਬਿਲੋ। ਕਰੈਕਟ ਆਂਸਰ ਦੇਖ ਲਓ ਜੀ। ਵਿਜਨਾਨੇਸ਼ਵਰ, ਹਿਮਾਦਰੀ, ਰਾਜਸ਼ੇਖਰਾ, ਜੀਮੁਤ ਵਾਹਨ। ਪ੍ਰਸ਼ਨ ਟਫ ਆ, ਮੈਂ ਹੁਣ ਨਾ ਸਕਿਪ ਕਰਨਾ ਸੀ। ਠੀਕ, ਫਿਰ ਵੀ ਪੜ੍ਹ ਲੈਂਦੇ ਜੀ ਆਂਸਰ ਆਪਾਂ। ਰਾਜਸ਼ੇਖਰਾ ਵਾਜ ਏ ਸੰਸਕ੍ਰਿਤ ਪੋਇਟ ਐਂਡ ਡਰਾਮੈਟਿਸਟ। ਰਾਜਸ਼ੇਖਰ ਕੌਣ ਸੀ? ਸੰਸਕ੍ਰਿਤ ਦਾ ਇੱਕ ਕਵੀ ਸੀ ਤੇ ਨਾਟਕ ਲਿਖਦਾ ਸੀ ਜੀ। ਆਂਸਰ ਹੋ ਗਿਆ ਸੀ। ਜਿਹੜਾ ਰਾਜਸ਼ੇਖਰ ਆ ਉਹ ਕੀ ਹੈ ਜੂਰਿਸਟ ਨਹੀਂ ਸੀ। ਤੀਜੇ ਨੂੰ ਚੱਕ ਦੋ ਜੀ, ਤੀਜੇ ਨੂੰ ਚੱਕ ਦਾਂਗੇ। ਠੀਕ, ਤੇ ਬਾਕੀ ਤਿੰਨੇ ਕੀ ਆ ਜੂਰਿਸਟ ਸੀ। ਆਂਸਰ ਹੋ ਗਿਆ ਸੀ। ਰਾਜਸ਼ੇਖਰ ਤੁਸੀਂ ਜ਼ਰੂਰ ਯਾਦ ਰੱਖ ਲਿਓ ਕੌਣ ਸੀ ਰਾਜਸ਼ੇਖਰ, ਇਹ ਇੰਪੋਰਟੈਂਟ ਹੋ ਗਿਆ। Which one of the following monuments has a dome। ਅਜਿਹਾ ਇਹਨਾਂ ਵਿੱਚੋਂ ਕਿਹੜਾ ਸਮਾਰਕ ਹੈ ਜਿਹਦੀ ਡੋਮ ਆ। ਡੋਮ ਸਮਝਦੇ ਆ, ਜਿਸ ਤਰ੍ਹਾਂ ਮਸਜਿਦ ਦੇ ਉੱਤੇ ਗੁੰਬਦ ਹੁੰਦਾ, ਗੁੰਬਦ ਨੂੰ ਕਹਿੰਦੇ ਡੋਮ। ਜਿਸ ਤਰ੍ਹਾਂ ਆਪਣੇ ਗੁਰਦੁਆਰਿਆਂ ਉੱਤੇ ਵੀ ਗੁੰਬਦ ਹੁੰਦਾ ਨਾ, ਉਹਨੂੰ ਕਹਿੰਦੇ ਡੋਮ। ਤੇ ਹੁਣ ਇਹ ਇੰਟਰਸਟਿੰਗ ਗੱਲ ਵੀ ਹੋ ਗਈ, ਮਸਜਿਦ ਦੇ ਉੱਤੇ ਵੀ ਡੋਮ ਆ, ਗੁਰਦੁਆਰਿਆਂ ਉੱਤੇ ਵੀ ਡੋਮ ਆ। ਇਹਦਾ ਮਤਲਬ ਕਿ ਭਾਰਤ ਨੇ ਡੋਮ ਵਾਲਾ ਜਿਹੜਾ ਕੰਸੈਪਟ ਆ ਉਹ ਇਹਨਾਂ ਤੋਂ ਲਿਆ, ਜਿਹੜੇ ਮੁਸਲਿਮ ਹਮਲਾਵਰ ਤੁਰਕ ਜਿਹੜੇ ਉੱਧਰੋਂ ਆਏ ਸੀ ਉਹਨਾਂ ਤੋਂ ਲਿਆ। ਤੇ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਡੋਮ ਸਟਰਕਚਰ ਜਿਹੜਾ ਆ ਉਹ ਮੁਸਲਮਾਨਾਂ ਦਾ ਕਲਚਰ ਆ। ਉਹਨਾਂ ਨੇ ਵੀ ਅੱਗਿਓਂ ਪਿੱਛੇ ਜੇ ਹਿਸਟਰੀ ਨੂੰ ਤਲਾਸ਼ੀਏ ਤਾਂ ਉਹਨਾਂ ਨੇ ਵੀ ਰੋਮ ਸਾਮਰਾਜ ਤੋਂ, ਰੋਮ ਦੀ ਕਲਚਰ ਤੋਂ ਲਿਆ ਡੋਮ ਸਟਰਕਚਰ, ਡੋਮ। ਠੀਕ ਹੈ ਜੀ, ਆਪਾਂ ਆਪਣੇ ਕੁਐਸਚਨ ਵੱਲ ਆਈਏ। ਡੋਮ ਦੀ ਗੱਲ ਹੋ ਰਹੀ ਆ। ਵਿਚ ਇਜ਼ ਸੈਡ ਟੂ ਬੀ ਵਨ ਆਫ ਦਾ ਲਾਰਜੈਸਟ ਇਨ ਦਾ ਵਰਲਡ। ਵੀ ਸੰਸਾਰ ਵਿੱਚ ਜਿਹੜੇ ਸਭ ਤੋਂ ਵੱਡੇ ਡੋਮਾਂ ਵਿੱਚੋਂ ਉਹਦਾ ਨਾਮ ਆਉਂਦਾ ਜੀ, ਡੋਮ ਗੁੰਬਦਾਂ ਦਾ ਨਾਮ ਆਉਂਦਾ। ਟੋਮ ਆਫ ਸ਼ੇਰਸ਼ਾਹ ਸਾਸਾਰਾਮ। ਅੱਛਾ, ਤੁਸੀਂ ਅੱਜ ਯਾਦ ਵੀ ਕਰ ਲੈਣਾ ਆ, ਸ਼ੇਰਸ਼ਾਹ ਸੂਰੀ ਦੀ ਟੋਮ ਕਿੱਥੇ ਆ? ਸਾਸਾਰਾਮ ਵਿੱਚ। ਜਾਮਾ ਮਸਜਿਦ ਤੁਹਾਨੂੰ ਪਤਾ ਦਿੱਲੀ ਵਿੱਚ ਆ। ਟੋਮ ਆਫ ਗਿਆਸੁਦੀਨ ਤੁਗਲਕ ਦਿੱਲੀ ਵਿੱਚ। ਗਿਆਸੁਦੀਨ ਤੁਗਲਕ ਇਹ ਆਪਣਾ ਨਾ ਸਾਊਥ ਦਿੱਲੀ ਵਿੱਚ ਹੈ ਜੀ। ਤੁਗਲਕਾਬਾਦ ਵਗੈਰਾ ਏਰੀਆ ਸੀ ਇਹ, ਤੇ ਉੱਥੇ ਗਿਆਸੁਦੀਨ ਤੁਗਲਕ ਦੀ ਕਬਰ ਆ ਜੀ। ਠੀਕ, ਗੋਲ ਗੁੰਬਜ ਬੀਜਾਪੁਰ ਆਇਆ ਜੀ ਆਂਸਰ।
ਜਿਹੜਾ ਗੋਲ ਗੁੰਬਦ ਆ ਨਾ ਬੀਜਾਪੁਰ ਦਾ, ਉਹ ਕਹਿੰਦੇ ਆ ਕਿ ਬਹੁਤ ਵੱਡੀ ਉਹਦੀ ਡੋਮ ਆ, ਗੁੰਬਦ ਬਹੁਤ ਵੱਡਾ ਆ, ਤੇ ਵਰਲਡ ਲੈਵਲ ਤੇ ਉਹ ਦੂਸਰੇ ਨੰਬਰ ਦਾ ਸਭ ਤੋਂ ਵੱਡਾ ਗੁੰਬਦ ਆ। ਫੋਟੋ ਦੇਖ ਲੈਂਦੇ ਆਪਾਂ। ਗੋਲ ਗੁੰਬਦ ਆਫ ਬੀਜਾਪੁਰ, ਇਹ ਬੀਜਾਪੁਰ ਦੇ ਮੁਹੰਮਦ ਆਦਿਲ ਸ਼ਾਹ ਸੁਰ ਦਾ ਮਕਬਰਾ ਹੈ। ਆਦਿਲ ਸ਼ਾਹ ਸੁਰ, ਇਹ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਗੁੰਬਦ ਹੈ। ਦੁਨੀਆ ਦਾ ਦੂਜਾ ਸਭ ਤੋਂ ਵੱਡਾ ਗੁੰਬਦ, ਠੀਕ ਹੈ, ਬਹੁਤ ਵੱਡਾ ਜੀ ਇਹ ਗੋਲ ਗੁੰਬਦ। ਕਿੱਥੇ ਹੈ ਜੀ ਇਹ? ਕਰਨਾਟਕਾ ਵਿੱਚ, ਬੀਜਾਪੁਰ, ਅੱਜ ਦੇ ਕਰਨਾਟਕਾ ਵਿੱਚ। ਅਸ਼ਟ ਪ੍ਰਧਾਨ ਵਾਜ ਏ ਕਾਉਂਸਿਲ ਆਫ ਮਿਨਿਸਟਰਸ। ਅਸ਼ਟ ਪ੍ਰਧਾਨ ਮੀਨ 8 ਮੇਨ ਬੰਦੇ। ਅਸ਼ਟ ਪ੍ਰਧਾਨ ਕਿਹੜੇ ਰਾਜ ਵਿੱਚ ਸੀਗਾ ਜੀ? ਅਸ਼ਟ ਪ੍ਰਧਾਨ ਦਾ ਕੰਸੈਪਟ, ਜਿਸ ਤਰ੍ਹਾਂ ਅੱਜ ਦੇ ਸਮੇਂ ਵਿੱਚ ਵੀ ਆਪਾਂ ਕਹਿੰਦੇ ਨਾ ਕਿ ਕਾਉਂਸਿਲ ਆਫ ਮਿਨਿਸਟਰਸ ਆ ਪ੍ਰਧਾਨ ਮੰਤਰੀ ਦੀ, ਤੇ ਹੋਰ ਗੁਪਤ ਕਾਲ ਵਿੱਚ 9 ਰਤਨ ਕਿਹਾ ਜਾਂਦਾ ਸੀ, ਅਕਬਰ ਦੇ ਵੀ 9 ਰਤਨ ਕਹਿੰਦੇ ਸੀ। ਅਸ਼ਟ ਪ੍ਰਧਾਨ ਕਿਹੜੇ ਸਾਮਰਾਜ ਦੀ ਗੱਲ ਹੋ ਰਹੀ ਜੀ? ਅਸ਼ਟ ਪ੍ਰਧਾਨ, ਇਹ ਗੱਲ ਹੋ ਰਹੀ ਜੀ ਮਰਾਠਾ ਐਡਮਿਨਿਸਟ੍ਰੇਸ਼ਨ ਦੀ। ਮਰਾਠਾ ਐਡਮਿਨਿਸਟ੍ਰੇਸ਼ਨ ਦੀ, ਮਰਾਠਾ ਪ੍ਰਸ਼ਾਸਨ ਵਿੱਚ ਇਹ ਸ਼ਿਵਾਜੀ ਨੇ ਇੰਟਰੋਡਿਊਸ ਕੀਤੇ ਸੀਗੇ 8 ਮੇਨ ਬੰਦੇ, ਮੇਰੇ 8 ਮੇਨ ਮੰਤਰੀ, ਅਸ਼ਟ ਪ੍ਰਧਾਨ ਕਹਿੰਦੇ ਸੀ ਇਹਨਾਂ ਨੂੰ ਜੀ। ਮਰਾਠਾ ਐਡਮਿਨਿਸਟ੍ਰੇਸ਼ਨ ਦੀ ਗੱਲ ਹੋ ਰਹੀ ਹੈ, ਉਹਨਾਂ ਨੂੰ ਕਹਿੰਦੇ ਸੀ ਜੀ ਅਸ਼ਟ ਪ੍ਰਧਾਨ। ਠੀਕ ਹੈ ਜੀ, ਅੱਗੇ ਦੇਖਦੇ ਹਾਂ। ਕੰਸੀਡਰ ਦਾ ਮੈਪ ਗਿਵਨ ਬਿਲੋ। ਮੈਪ ਦੇਖੋ ਜੀ ਧਿਆਨ ਨਾਲ। The route indicated in the map was followed during the course of his military exploits by, ਵੀ ਆਹ ਜਿਹੜਾ ਰੂਟ ਆ, ਵੀ ਇੱਕ ਬੰਦੇ ਨੇ ਜਦੋਂ ਜਿੱਤਾਂ ਪ੍ਰਾਪਤ ਕਰਨ ਲਈ ਆਪਣੀ ਸੈਨਾ ਲੈ ਕੇ ਗਿਆ ਜੀ, ਇੱਥੋਂ ਸ਼ੁਰੂ ਹੋਇਆ, ਐਨ ਨੂੰ ਗਿਆ, ਐਨ ਨੂੰ ਗਿਆ, ਐਨ ਨੂੰ ਗਿਆ, ਐਨ ਨੂੰ ਗਿਆ, ਐਨ ਨੂੰ ਗਿਆ ਤੇ ਐਨ ਨੂੰ ਗਿਆ, ਇੱਥੇ ਤੱਕ ਆ ਕੇ ਉਹ ਜਿੱਤ ਪ੍ਰਾਪਤ ਕਰਕੇ ਲੁੱਟਾਂ ਖੋਹਾਂ ਕਰਕੇ ਵਾਪਸ ਗਿਆ ਸੀ ਜੀ। ਤੇ ਗੱਲ ਆਉਂਦੀ ਹੈ ਵੀ ਉਹ ਇਹ ਰੂਟ ਕਿਹਨੂੰ ਫੋਲੋ ਕੀਤਾ ਸੀ? ਇਹ ਰੂਟ ਕਿਹਨੂੰ ਫੋਲੋ ਕੀਤਾ ਸੀ? ਚੰਦਰਗੁਪਤ II ਨੇ। ਸਾਨੂੰ ਪਤਾ ਕਿ ਚੰਦਰਗੁਪਤ II ਨੇ ਕਾਫੀ ਜਿੱਤਾਂ ਪ੍ਰਾਪਤ ਕੀਤੀਆਂ, ਪਰ ਉਹਦਾ ਰੂਟ ਨਾ ਕਾਫੀ ਇੱਧਰ ਨੂੰ ਵੀ ਸੀਗਾ, ਵੈਸਟ ਵੱਲ ਨੂੰ ਵੀ ਉਸਨੇ ਕਾਫੀ ਜਿੱਤਾਂ ਪ੍ਰਾਪਤ ਕੀਤੀਆਂ। ਉਹ ਸਿਰਫ ਨਾਰਥ ਤੋਂ ਸਾਊਥ ਵੱਲ ਨਹੀਂ ਗਿਆ ਸੀ। ਇੰਨਾ ਰਾਜ ਸੀ ਜੀ ਚੰਦਰਗੁਪਤ II ਦਾ। ਅੱਛਾ ਜੀ, ਹੋਰ ਪੜ੍ਹ ਲੈਂਦੇ ਪਹਿਲਾਂ। ਹਰਸ਼ਵਰਧਨ, ਸਾਨੂੰ ਪਤਾ ਕਿ ਹਰਸ਼ਵਰਧਨ ਇੱਥੇ ਨਰਮਦਾ ਨਦੀ ਲਾਗੇ ਆ ਕੇ ਮੁੜ ਗਿਆ ਸੀ। ਚਾਲੁਕਿਆ ਕਿੰਗ ਨੇ ਉਹਨੂੰ ਹਰਾਤਾ ਸੀ। ਨਰਮਦਾ ਤਾਪਤੀ, ਠੀਕ ਹੈ ਜੀ, ਇੱਥੇ ਦੀ ਗੱਲ ਹੋਈ ਹੈ। ਇਹਦਾ ਮਤਲਬ ਬਹੁਤਾ ਸਾਊਥ ਵੱਲ ਨੂੰ ਉਹ ਨਹੀਂ ਜਾ ਪਾਇਆ ਸੀ ਹਰਸ਼ਵਰਧਨ। ਇਹ ਵੀ ਆਨਸਰ ਨਹੀਂ ਆ। ਰਾਜੇਂਦਰ ਚੋਲ ਇੱਧਰੋਂ ਗਿਆ ਤਾਂ ਸੀ, ਪਰ ਉਹ ਗੰਗਾ ਵੈਲੀ ਦੀ ਤਰਫ ਗਿਆ ਸੀ ਜੀ। ਆਹ ਨਹੀਂ ਹੈ ਆਨਸਰ ਹੈ ਜੀ ਮਲਿਕ ਕਫੂਰ। ਅਲਾਉਦੀਨ ਖਲਜੀ ਦਾ ਸੀਗਾ ਇਹ ਸਿਪੇ ਸਲਾਰ ਮਲਿਕ ਕਫੂਰ। ਇਹ ਸਾਊਥ ਵੱਲ ਨੂੰ ਗਿਆ ਸੀਗਾ, ਕੰਨਿਆ ਕੁਮਾਰੀ ਤੱਕ ਪਹੁੰਚ ਗਿਆ ਸੀ। ਇਹ ਜਿਹਨੇ ਵੀ ਥੋੜ੍ਹੀ ਹਿਸਟਰੀ ਪੜ੍ਹੀ ਆ ਉਹਨੂੰ ਪਤਾ ਆ ਕਿ ਮਲਿਕ ਕਫੂਰ ਸਾਊਥ ਤੱਕ ਪਹੁੰਚ ਗਿਆ ਸੀ ਤੇ ਕਾਫੀ ਧਨ ਦੌਲਤ ਲੁੱਟ ਕੇ ਲਿਆਇਆ ਸੀ। ਮਲਿਕ ਕਫੂਰ ਆ ਜੀ ਆਨਸਰ। ਇਹਦਾ ਮਤਲਬ ਇਹ ਪ੍ਰਸ਼ਨ ਥੋੜ੍ਹਾ ਹੋਇਆ ਸੌਖਾ। ਹੁਣ ਤੁਸੀਂ ਇੱਕ ਹੋਰ ਗੱਲ ਨੋਟ ਕਰਿਓ, ਜਿਹੜੇ ਦਾ ਪ੍ਰਸ਼ਨ ਹੈਗੇ ਆ ਸੌਖੇ, ਉਹਨਾਂ ਦਾ ਆਨਸਰ ਹੁੰਦਾ ਜੀ ਅਖੀਰ ਵਿੱਚ। ਪੰਜਵੇਂ ਦਾ ਆਨਸਰ ਡੀ ਆ। ਠੀਕ, ਅਸ਼ਟ ਪ੍ਰਧਾਨ ਕੀ ਹੈ ਜੀ? ਸਿੰਪਲ ਸਿੱਧਾ, ਜਿਹਨੇ ਵੀ ਥੋੜ੍ਹਾ ਪੜ੍ਹਿਆ ਉਹਨੂੰ ਪਤਾ ਹੋਏਗਾ। ਇਹਦਾ ਵੀ ਆਨਸਰ ਡੀ ਆ। ਠੀਕ ਹੈ, ਤੇ ਗੋਲ ਗੁੰਬਦ, ਜਿਹਨੇ ਵੀ ਥੋੜ੍ਹੀ ਮਿਡੀਵਲ ਹਿਸਟਰੀ ਪੜ੍ਹੀ ਆ ਉਹਨੂੰ ਪਤਾ ਇਹ ਗੋਲ ਗੁੰਬਦ ਆ ਜੀ, ਬਹੁਤ ਵੱਡਾ। ਇਹਦਾ ਆਨਸਰ ਵੀ ਕੀ ਆ? ਡੀ ਆ। ਠੀਕ ਹੈ, ਤੇ ਜਿਹਨੇ ਥੋੜ੍ਹੀ ਪੇਂਟਿੰਗਾਂ ਬਾਰੇ ਪੜ੍ਹਿਆ, ਆਹ ਪਹਾੜੀ ਪੇਂਟਿੰਗ ਆ, ਆਹ ਵੀ ਮੁਗਲ ਤੋਂ ਇਨਫਲੂਐਂਸ ਆ। ਰਾਜਸਥਾਨੀ ਵੀ, ਕਾਂਗੜਾ ਵੀ ਮੁਗਲਾਂ ਤੋਂ ਇਨਫਲੂਐਂਸਡ ਆ, ਤੇ ਇਸ ਕਰਕੇ ਆਨਸਰ ਹੋ ਗਿਆ ਜੀ ਡੀ, ਜਿਹੜੀ ਮੁਗਲ ਪੇਂਟਿੰਗ ਤੋਂ ਇਨਫਲੂਐਂਸ ਨਹੀਂ ਆ। ਇਹਦਾ ਵੀ ਆਨਸਰ ਡੀ ਆ। ਇਸ ਤਰ੍ਹਾਂ ਜੇ ਥੋੜ੍ਹੇ ਆਸਾਨ ਪ੍ਰਸ਼ਨ ਆ ਨਾ UPSC ਦੇ ਲੈਵਲ ਦੇ ਹਿਸਾਬ ਨਾਲ, ਤੇ ਅਕਸਰ ਉਹਨਾਂ ਦਾ ਆਨਸਰ ਡੀ ਹੁੰਦਾ, ਤੇ ਜਿਹੜੇ ਜ਼ਿਆਦਾ ਟਫ ਆ ਉਹਨਾਂ ਦਾ ਆਨਸਰ ਅਕਸਰ ਏ ਹੁੰਦਾ। ਇਹ ਥੋੜ੍ਹਾ ਪੈਟਰਨ ਮਤਲਬ ਮੈਂ ਖੁਦ ਐਨਾਲਿਸਿਸ ਕੀਤਾ। ਦੇਖਦੇ ਹਾਂ ਜੀ ਅਗਲਾ ਪ੍ਰਸ਼ਨ। ਅਲਾਉਦੀਨ ਖਲਜੀ ਨੇ ਮਲਿਕ ਕਾਫੂਰ, ਜਿਹਨੂੰ 1000 ਦਿਨਾਰੀ ਵਜੋਂ ਵੀ ਜਾਣਿਆ ਜਾਂਦਾ ਹੈ, 1000 ਦਿਨਾਰ, ਇਹਦੀ ਵੈਲਿਊ 1000 ਦਿਨਾਰ ਹੈ। ਕੁਐਸਚਨ ਆ ਸਕਦਾ 1000 ਦਿਨਾਰੀ ਕਿਹਨੂੰ ਕਹਿੰਦੇ ਸੀ ਜੀ? ਮਲਿਕ ਕਫੂਰ। ਇਹ ਕਿਹਦਾ ਸਿਪੇ ਸਲਾਰ ਸੀ? ਅਲਾਉਦੀਨ ਖਲਜੀ ਦਾ। ਦਿੱਲੀ ਸਲਤਨਤ ਦਾ ਜਦੋਂ ਰੂਲ ਸੀ ਤਾਂ ਉਸ ਵੇਲੇ ਖਲਜੀ ਡਾਇਨੈਸਟੀ ਜਦੋਂ ਰਾਜ ਕਰਦੀ ਪਈ ਸੀ
ਅਲਾਉਦੀਨ ਖਲਜੀ ਦਾ ਸਿਪਾਹੀ ਸਾਲਾਰ ਸੀ ਮਲਿਕ ਕਫੂਰ। ਉਸਨੂੰ ਅਲਾਉਦੀਨ ਖਲਜੀ ਨੇ ਦੱਖਣ ਮੁਹਿੰਮ ਲਈ ਭੇਜਿਆ ਸੀ ਅਤੇ ਉਹ ਕੰਨਿਆ ਕੁਮਾਰੀ ਤੱਕ ਪਹੁੰਚ ਗਿਆ ਸੀ। ਇਹ ਗੱਲ ਅਸੀਂ ਪੜ੍ਹੀ ਕਿ ਉਹ ਕੰਨਿਆ ਕੁਮਾਰੀ ਤੱਕ ਪਹੁੰਚ ਗਿਆ ਤੇ ਉਸਨੇ ਕਾਫੀ ਧਨ ਦੌਲਤ ਉਹ ਸਾਊਥ ਵਿੱਚੋਂ ਲੁੱਟ ਕੇ ਲਿਆਇਆ ਸੀ ਦਿੱਲੀ। ਅਗਲਾ ਪ੍ਰਸ਼ਨ ਦੇਖੋ ਜੀ, ਦਾ ਟਰਮ ਅਪਭ੍ਰੰਸ਼ ਕੀ ਹੁੰਦੇ ਜੀ? ਅਪਭ੍ਰੰਸ਼ was used in medieval Sanskrit text to denote ਮੱਧਕਾਲੀਨ ਸੰਸਕ੍ਰਿਤ ਆਪਾਂ ਜੇ ਪੜ੍ਹੀਏ ਸਾਹਿਤ ਤੇ ਉਸ ਵਿੱਚ ਅਪਭ੍ਰੰਸ਼ ਜ਼ਿਕਰ ਹੁੰਦਾ ਜੀ। ਅਪਭ੍ਰੰਸ਼ ਕੀ ਹੁੰਦੇ ਆ? ਅਪਭ੍ਰੰਸ਼ ਆਪਾਂ ਪੜ੍ਹਿਆ ਸੀ ਜੀ, ਪਹਿਲਾਂ ਸੀ ਜੀ ਸੰਸਕ੍ਰਿਤ ਭਾਸ਼ਾ, ਠੀਕ, ਵੈਦਿਕ ਸੰਸਕ੍ਰਿਤ, ਫਿਰ ਬਣੀ ਆਮ ਸੰਸਕ੍ਰਿਤ, ਆਮ ਜਨਤਾ ਦੀ ਸੰਸਕ੍ਰਿਤ, ਥੋੜ੍ਹੀ ਚੇਂਜ ਹੋ ਗਈ ਭਾਸ਼ਾ। ਸਿੰਪਲ ਕਹਿ ਲਈਏ ਪਹਿਲਾਂ ਸੀ ਸੰਸਕ੍ਰਿਤ, ਉਸ ਤੋਂ ਬਣੇ ਜੀ ਡਿਊ ਕੋਰਸ ਆਫ ਟਾਈਮ ਪ੍ਰਾਕ੍ਰਿਤਾਂ, ਠੀਕ, ਤੇ ਪ੍ਰਾਕ੍ਰਿਤਾਂ ਤੋਂ ਡਿਊ ਕੋਰਸ ਆਫ ਟਾਈਮ ਬਣੇ ਸੀ ਅਪਭ੍ਰੰਸ਼, ਤੇ ਅਪਭ੍ਰੰਸ਼ ਹੀ ਬਾਅਦ ਵਿੱਚ ਸੋਧ ਕੇ ਕੀ ਬਣੇ ਜੀ ਆਧੁਨਿਕ ਭਾਰਤੀ ਆਰਿਆਈ ਭਾਸ਼ਾਵਾਂ ਬਣੀਆਂ। ਅਪਭ੍ਰੰਸ਼ ਜਿੱਦਾਂ ਹੁਣ ਅੱਜ ਦੇ ਸਮੇਂ ਪੰਜਾਬੀ ਆ, ਬੰਗਾਲੀ ਆ, ਅਸਾਮੀ ਆ, ਹੈ ਨਾ, ਹਿੰਦੀ ਆ, ਇਹ ਭਾਸ਼ਾ ਕੀ ਆ? ਅਪਭ੍ਰੰਸ਼ਾਂ ਦਾ ਹੀ ਨਿਖਰਿਆ ਹੋਇਆ ਰੂਪ ਆ। ਇਹਦਾ ਮਤਲਬ ਅਪਭ੍ਰੰਸ਼ ਕੀ ਆ? ਭਾਸ਼ਾਵਾਂ ਆ। ਬਸ ਦੇਖ ਲਓ ਹੁਣ। ਆਊਟਕਾਸਟ ਅਮੰਗ ਦਾ ਰਾਜਪੂਤ, ਨਹੀਂ। ਡੈਵੀਏਸ਼ਨਸ ਫਰੋਮ ਵੈਦਿਕ ਰਿਚੁਅਲਸ, ਨਹੀਂ। अर्ली फॉर्म्स ऑफ सम ऑफ द मॉडर्न इंडियन लैंग्वेजेस, हाँ है जी गल भाषा की गल हो रही है, सी आंसर है जी। आगे देखो जी, नस्तलिक की है? ये पर्शियन स्क्रिप्ट यूज्ड इन मिडिवल इंडिया, सही गल है जी। फारसी स्क्रिप्ट है ਜਿਹੜੀ कि मध्यकालीन भारत ਵਿੱਚ, मध्यकालीन इंडिया के इतिहास ਵਿੱਚ, मध्यकालीन भारत ਵਿੱਚ यूज ਹੁੰਦੀ ਸੀ। पर्शियन स्क्रिप्ट ਉਹਨੂੰ ਕਹਿੰਦੇ ਸੀ ਨਸਤਲਿਕ। ਤੁਸੀਂ ਲਿਖ ਕੇ ਰੱਖ ਲੈਣਾ, ਨਸਤਲਿਕ ਕੀ ਆ? ਇਹ पर्शियन स्क्रिप्ट यूज्ड in medieval India. The Sufi saint who maintained that devotional music was one way of coming close to God, ਉਹ ਕਿਹੜਾ ਸੂਫੀ ਸੰਤ ਸੀ ਜਿਹਨੇ ਕਿਹਾ ਕਿ ਜੇ ਅਸੀਂ ਰੱਬ ਦੀ ਪ੍ਰਾਪਤੀ ਕਰਨੀ ਆ, ਰੱਬ ਦੇ ਨੇੜੇ ਜਾਣਾ ਆ, ਤਾਂ ਕੀ ਆ ਉਹਦੇ ਲਈ ਡਿਵੋਸ਼ਨਲ ਮਿਊਜ਼ਿਕ, ਉਹਨਾਂ ਨੂੰ ਸਮਰਪਿਤ ਸੰਗੀਤ ਦਾ ਯੂਜ਼ ਕਰੋ। ਦੇਖਦੇ ਨੇ ਜੀ ਆਨਸਰ, ਮੋਇਨੂਦੀਨ ਚਿਸ਼ਤੀ ਹੋ ਸਕਦਾ, ਬਾਬਾ ਫਰੀਦ ਕੋਈ ਇੰਨੀਆਂ ਮਿਊਜ਼ਿਕ ਵਾਲੀ ਗੱਲਾਂ ਨਹੀਂ ਕੀਤੀਆਂ, ਉਹਨਾਂ ਨੇ ਸ਼ਰੀਅਤ ਦੀ ਗੱਲ ਕੀਤੀ, ਮੌਤ ਦੀ ਗੱਲ ਕੀਤੀ। ਸੈਯਦ ਮੁਹੰਮਦ ਗਿਸੂਦਰਾਜ, ਸ਼ਾਹ ਆਲਮ ਬੁਖਾਰੀ, ਆਨਸਰ ਹੈ ਜੀ ਮੋਇਨੂਦੀਨ ਚਿਸ਼ਤੀ। ਦੇਖੋ ਜੀ, ਸ਼ੇਖ ਮੋਇਨੂਦੀਨ ਚਿਸ਼ਤੀ ਸੰਪਰਦਾਇ ਦੀ ਗੱਲ ਹੋ ਰਹੀ ਹੈ। ਸੂਫੀਆਂ ਦੇ ਕਈ ਸੰਪਰਦਾਵਾਂ ਆ ਜੀ, ਕਾਦਰੀ ਆ, ਸੋਹਰਾਵਰਦੀ ਆ, ਨਕਸ਼ਬੰਦੀ ਆ, ਤੇ ਇੱਕ ਫੇਮਸ ਆ ਜੀ ਚਿਸ਼ਤੀ ਹੈ ਜੀ। ਤੁਹਾਡੇ ਆਹ ਅਜਮੇਰ ਦਰਗਾਹ ਆ ਕਾਫੀ ਫੇਮਸ, ਚਿਸ਼ਤੀ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਆ। ਤੇ ਇਹ ਮਟੀਰੀਅਲ ਪੋਸੈਸ਼ਨ ਦੇ ਉੱਤੇ ਇੰਨਾ ਜ਼ੋਰ ਨਹੀਂ ਦਿੰਦੇ ਕਿ ਸਾਡੇ ਕੋਲ ਕੀ ਆ ਬਹੁਤ ਐਸ਼ੋ ਆਰਾਮ ਦੇ ਸਾਧਨ ਹੋਣ, ਤੇ ਇਹ ਕਹਿੰਦੇ ਕਿ ਜਿਹੜਾ ਵਹਿਦਤ ਉਲ ਵਜੂਦ ਦਾ ਕੰਸੈਪਟ ਦਿੱਤਾ ਉਹਨਾਂ ਨੇ, ਵੀ ਉਹ ਜਿਹੜਾ ਰੱਬ ਆ ਨਾ, ਉਹ ਇੱਕ ਆ, ਸਾਰੀ ਕਣ ਵਿੱਚ ਵੱਸਦਾ ਰੱਬ, ਜਿਹੜਾ ਉਹਦਾ ਵਜੂਦ ਆ ਉਹ ਇੱਕ ਆ। ਜਿਸ ਤਰ੍ਹਾਂ ਅਸੀਂ ਕਹਿੰਦੇ ਨਹੀਂ ਆਦਵੈਤਵਾਦ ਦਾ ਕੰਸੈਪਟ, ਸਾਡੇ ਉਪਨਿਸ਼ਦਾਂ ਵਿੱਚ ਕੰਸੈਪਟ ਆ ਆਦਵੈਤਵਾਦ। ਉਪਨਿਸ਼ਦ ਦਾ ਨਾ ਕਹੀਏ ਜਾਂ ਵੈਸੇ ਕਹਿ ਲਈਏ ਕਿ ਸਾਡੇ ਇੱਕ ਕੰਸੈਪਟ ਆ ਆਦਵੈਤ, ਮੀਨ ਸਭ ਕੁਛ ਉਸ ਪਰਮਾਤਮਾ ਦਾ ਹੀ ਅੰਸ਼ ਆ, ਦੋ ਨਹੀਂ ਆ, ਸਭ ਇੱਕ ਆ। ਜੋ ਚੀਜ਼ਾਂ ਆ, ਇਨਸਾਨ ਆ, ਹੈ ਨਾ, ਆਤਮਾ ਆ, ਇਹ ਸਭ ਕੀ ਆ? ਉਸ ਪਰਮਾਤਮਾ ਦਾ ਹੀ ਅੰਸ਼ ਆ, ਇੱਕ ਆ, ਅਲੱਗ ਨਹੀਂ ਹੈਗਾ ਕੁਛ। ਉਹੀ ਗੱਲ ਹੈ ਜੀ ਲਗਭਗ ਵਹਿਦਤ ਉਲ ਵਜੂਦ ਦੀ। ਇਹ ਤੁਲ ਨਹੀਂ ਹੈਗਾ, ਉਲ ਆ ਇੱਥੇ, ਉਲ, ਵਹਿਦਤ ਉਲ ਵਜੂਦ। ਪੜ੍ਹਦੇ ਹਾਂ ਆਪਾਂ। ਸ਼ੇਖ ਮੋਇਨੂਦੀਨ ਚਿਸ਼ਤੀ ਸਿਲਸਿਲੇ ਦਾ ਇੱਕ ਸੰਤ ਸੀ ਜਿਸ ਨੂੰ ਭਾਰਤ ਵਿੱਚ ਸ਼ੇਖ ਮੋਇਨੂਦੀਨ ਸਿਜਜੀ ਲੈ ਕੇ ਆਇਆ ਸੀ, ਠੀਕ ਹੈ ਜੀ। ਭਾਰਤ ਵਿੱਚ ਚਿਸ਼ਤੀ ਸਿਲਸਿਲਾ ਦਾ ਸੰਸਥਾਪਕ ਇਹ ਹੋਏ ਜੀ। ਉਹਨਾਂ ਨੇ ਵਹਿਦਤ ਉਲ ਵਜੂਦ ਦਾ ਕੰਸੈਪਟ ਪੇਸ਼ ਕੀਤਾ, ਮਤਲਬ ਸੰਸਾਰ ਦੀ ਏਕਤਾ, ਵਹਿਦਤ,
ਵਜੂਦ ਮਤਲਬ ਅਸਲੀਅਤ, ਵਹਿਦਤ ਉਸ ਰੱਬ ਨੂੰ ਹੀ ਕਿਹਾ ਕਿ ਇਹ ਕੀ ਆ। ਬੇਸਿਕਲੀ ਤੁਸੀਂ ਸਮਝ ਲਓ ਵਹਿਦਤ ਉਲ ਵਜੂਦ ਦਾ ਇਹੀ ਮਤਲਬ ਆ ਕਿ ਇਹ ਜਿਹੜਾ ਕਣ ਕਣ ਵਿੱਚ ਰੱਬ ਵੱਸਦਾ ਆ ਤੇ ਕੋਈ ਅਲੱਗ ਨਹੀਂ ਹੈ, ਇੱਕ ਹੀ ਚੀਜ਼ ਆ, ਇੱਕ ਹੀ ਰੱਬ ਆ ਤੇ ਇਹ ਸਾਰੇ ਉਹਦੀ ਮੈਨੀਫੈਸਟੇਸ਼ਨਸ ਆ। ਅਸੀਂ, ਇਨਸਾਨ, ਥਿੰਗਸ, ਆਤਮਾ, ਇਹ ਸਭ ਕੀ ਆ, ਉਹ ਪਰਮਾਤਮਾ ਦੇ ਹੀ ਅੰਸ਼ ਆ। ਇਹ ਲੋਕ ਨਾ ਮਿਊਜ਼ਿਕ 'ਤੇ ਜ਼ੋਰ ਦਿੰਦੇ ਸੀ ਵੀ ਜੇ ਅਸੀਂ ਰੱਬ ਦੇ ਨਾਮ ਨੂੰ ਜਪੀਏ, ਰੱਬ ਦੇ ਨਾਮ ਨੂੰ ਜਪਣਾ ਮਤਲਬ ਆਹ ਦੋ ਕੰਸੈਪਟ ਆ, ਸਮੇਂ ਅਤੇ ਮਹਿਫਿਲ। ਗਰੁੱਪ 'ਚ ਬਹਿ ਕੇ ਮਿਊਜ਼ਿਕ ਨਾਲ ਉਸ ਰੱਬ ਦੇ ਨਾਮ ਦਾ ਉਚਾਰਨ ਕਰਨਾ, ਇਹ ਇਸ ਸਿਲਸਿਲੇ ਦੀ ਪ੍ਰਮੁੱਖ ਵਿਸ਼ੇਸ਼ਤਾ ਸੀ ਜਿਸ ਨੂੰ ਮੋਇਨੂਦੀਨ ਚਿਸ਼ਤੀ ਦੁਆਰਾ ਰੇਖਾਂਕਿਤ ਕੀਤਾ ਗਿਆ ਸੀ। ਸਿੰਪਲ ਕਹੀਏ, ਇਹ ਮਿਊਜ਼ਿਕ ਦੇ ਉੱਤੇ ਜ਼ੋਰ ਦਿੰਦੇ ਸੀ ਵੀ ਸੰਗੀਤ ਨਾਲ ਉਸ ਰੱਬ ਦਾ ਨਾਮ ਜਪੀਏ ਤਾਂ ਰੱਬ ਦੇ ਨਾਲ ਨੇੜਤਾ ਹੋ ਜਾਂਦੀ ਹੈ। ਇਹ ਸੰਗੀਤ 'ਤੇ ਜ਼ੋਰ ਦਿੰਦੇ ਸੀ। ਠੀਕ ਹੈ ਜੀ। ਮੁਗਲ ਪੇਂਟਿੰਗ ਰੀਚਡ ਇਟਸ ਜੈਨਿਥ ਅੰਦਰ, ਜਿਹੜੀ ਮੁਗਲ ਪੇਂਟਿੰਗ ਆ ਉਹ ਆਪਣੇ ਸਿਖਰ ਤੇ ਪਹੁੰਚ ਗਈ ਸੀ। ਕਿਸ ਰਾਜੇ ਦੇ, ਕਿਸ ਬਾਦਸ਼ਾਹ ਦੇ ਕਾਰਜਕਾਲ ਦੌਰਾਨ ਉਹ ਆਪਣੇ ਸਿਖਰ ਤੇ ਪਹੁੰਚ ਗਈ ਸੀ। NCERT ਕਿਤਾਬ ਵਿੱਚ ਮੈਂਸ਼ਨ ਆ ਜੀ। ਇਹ ਸੀ ਜਹਾਂਗੀਰ। ਜਹਾਂਗੀਰ ਆਪ ਵੀ ਪੇਂਟਰ ਸੀ ਤੇ ਉਹ ਪੇਂਟਿੰਗ ਨੂੰ ਕਾਫੀ ਪ੍ਰਮੋਟ ਕੀਤਾ ਸੀ ਜਹਾਂਗੀਰ ਨੇ, ਤਾਂ ਪੇਂਟਿੰਗ ਆਪਣੇ ਸਿਖਰ ਤੇ ਪਹੁੰਚ ਗਈ ਸੀ ਜਹਾਂਗੀਰ ਦੇ ਸਮੇਂ। ਇਨ ਮਿਡੀਵਲ ਇੰਡੀਆ, ਮੱਧਕਾਲੀਨ ਭਾਰਤ ਦੀ ਗੱਲ ਹੋ ਰਹੀ ਹੈ। ਮਨਸਬਦਾਰੀ ਸਿਸਟਮ ਵਾਜ਼ ਇੰਟਰੋਡਿਊਸਡ ਫॉर, ਮਨਸਬਦਾਰੀ ਸਿਸਟਮ ਕਿਉਂ ਲਿਆਂਦਾ ਗਿਆ, ਮਨਸਬਦਾਰੀ ਸਿਸਟਮ ਕਿਉਂ ਲਿਆਂਦਾ ਗਿਆ। ਮੇਕਿੰਗ ਰਿਕਰੂਟਮੈਂਟ ਟੂ ਦਾ ਆਰਮੀ, ਆਰਮੀ ਵਿੱਚ ਅਸੀਂ ਬੰਦੇ ਭਰਤੀ ਕਰਨੇ ਸੀ। ਫੈਸਿਲੀਟੇਟਿੰਗ ਰੈਵਨਿਊ ਕਲੈਕਸ਼ਨ, ਮਾਲੀਏ ਦਾ ਜਿਹੜਾ ਕਲੈਕਸ਼ਨ ਕਰਨੀ ਉਹ ਆਸਾਨ ਹੋ ਜਾਏ। ਐਨਸ਼ੋਰਿੰਗ ਰਿਲੀਜੀਅਸ ਹਾਰਮੋਨੀ, ਧਰਮ ਦੀ ਆਪਸ ਵਿੱਚ ਸਮਨਵੈ ਬਣਿਆ ਰਹੇ। ਇਫੈਕਟਿੰਗ ਕਲੀਨ ਐਡਮਿਨਿਸਟ੍ਰੇਸ਼ਨ, ਪ੍ਰਸ਼ਾਸਨ ਸਹੀ ਢੰਗ ਨਾਲ ਚੱਲੇ। ਆਨਸਰ ਹੈ ਜੀ ਡੀ, ਪ੍ਰਸ਼ਾਸਨ ਸਹੀ ਢੰਗ ਨਾਲ ਚੱਲੇ। ਪਹਿਲਾਂ ਅਸੀਂ ਮਨਸਬਦਾਰ ਦਾ ਮਤਲਬ ਸਮਝ ਲਈਏ। ਮਨਸਬਦਾਰ ਦਾ ਇੱਕ ਰੁਤਬਾ ਹੁੰਦਾ ਸੀ, ਜੇ ਕਿਸੇ ਨੂੰ ਇੰਨੀ ਮਨਸਬ ਅਲਾਟ ਹੋ ਗਈ ਇਹਦਾ ਮਤਲਬ ਉਹਦੇ ਕੋਲ ਇੰਨੇ ਘੋੜੇ ਹੋਣਗੇ, ਇੰਨੀ ਉਹਦੀ ਤਨਖਾਹ ਹੋਏਗੀ, ਇੰਨੀ ਉਹਦੀ ਹੈਸੀਅਤ ਹੋਏਗੀ। ਠੀਕ, ਤੇ ਉਸ ਹਿਸਾਬ ਨਾਲ ਗੱਲਾਂ ਨਿਯਤ ਹੁੰਦੀਆਂ ਸੀਗੀਆਂ। ਪੜ੍ਹ ਲਈਏ ਜੀ। ਮਨਸਬਦਾਰੀ ਪ੍ਰਣਾਲੀ 1571 ਦੌਰਾਨ ਮੁਗਲ ਸਾਮਰਾਜ ਵਿੱਚ ਅਕਬਰ ਦੁਆਰਾ ਸ਼ੁਰੂ ਕੀਤੀ ਗਈ ਪ੍ਰਸ਼ਾਸਕੀ ਪ੍ਰਣਾਲੀ ਸੀ। ਕਿਹਨੇ ਸ਼ੁਰੂ ਕੀਤਾ ਸੀ ਜੀ? ਬਾਦਸ਼ਾਹ ਅਕਬਰ ਨੇ। ਇਹ ਕੀ ਸੀ? ਐਡਮਿਨਿਸਟ੍ਰੇਟਿਵ ਸਿਸਟਮ ਸੀ। ਮਨਸਬ ਸ਼ਬਦ ਅਰਬੀ ਮੂਲ ਦਾ ਹੈ ਜਿਸ ਦਾ ਅਰਥ ਹੈ ਦਰਜਾ ਜਾਂ ਅਹੁਦਾ। ਮੈਂ ਦੱਸਿਆ ਵੀ ਕਿਸੇ ਨੂੰ ਇੰਨੀ ਮਨਸਬ ਲਾਤੀ, ਇਹਦਾ ਮਤਲਬ ਉਹਦੇ ਕੋਲ ਉਹਦਾ ਇੰਨਾ ਸਟੇਟਸ ਆ, ਉਹਦੇ ਕੋਲ ਇੰਨੇ ਘੋੜਸਵਾਰ ਹੋਣਗੇ, ਇੰਨੀ ਉਹਦੇ ਕੋਲ ਪੈਦਲ ਸੈਨਿਕ ਹੋਣਗੇ, ਇੰਨੀ ਉਹਦੀ ਤਨਖਾਹ ਹੋਏਗੀ, ਇਹ ਉਹਦਾ ਦਰਜਾ ਹੋ ਗਿਆ। ਇਸ ਲਈ ਮਨਸਬਦਾਰੀ ਸਰਕਾਰੀ ਅਧਿਕਾਰੀਆਂ ਦੀ ਦਰਜਾਬੰਦੀ ਦੀ ਇੱਕ ਪ੍ਰਣਾਲੀ ਸੀ। ਠੀਕ ਹੈ ਨਾ, ਸਟੇਟਸ ਉਹਦਾ ਹੋ ਗਿਆ, ਦਰਜਾਬੰਦੀ ਕਰਤੀ ਅਧਿਕਾਰੀਆਂ ਦੀ। ਅਤੇ ਉਹਨਾਂ ਦੇ ਸਿਵਲ ਅਤੇ ਮਿਲਟਰੀ ਫਰਜ਼ਾਂ ਦੇ ਨਾਲ ਨਾਲ ਸਿਰਫ ਤਨਖਾਹ ਨਹੀਂ ਤੈਅ ਹੁੰਦੀ ਸੀ, ਸਿਰਫ ਇਹਨਾਂ 'ਚ ਇਹ ਵੀ ਹੁੰਦਾ ਸੀ ਵੀ ਤੁਹਾਡੇ ਕਿਹੜੇ ਕਿਹੜੇ ਫਰਜ਼ ਆ, ਸਿਵਲ ਫਰਜ਼ ਕੀ ਆ, ਮਿਲਟਰੀ ਫਰਜ਼ ਕੀ ਆ, ਮਤਲਬ ਤੁਹਾਡੇ ਫਰਜ਼ ਕੀ ਆ, ਤੁਸੀਂ ਕੀ ਕੰਮ ਕਰਦੇ ਆ। ਉਸ ਦੇ ਨਾਲ ਨਾਲ ਉਹਨਾਂ ਦੀ ਤਨਖਾਹ ਨੂੰ ਵੀ ਨਿਰਧਾਰਿਤ ਕਰਦੀ ਸੀ ਵੀ ਤੁਹਾਡੀ ਇੰਨੀ ਤਨਖਾਹ ਹੋਏਗੀ। ਠੀਕ, ਇਹ ਸੀ ਜੀ ਮਨਸਬਦਾਰੀ ਸਿਸਟਮ। ਇਹ ਕੀ ਸੀ? ਮਨਸਬ ਦਾ ਮਤਲਬ ਦਰਜਾ। ਕਿਸ ਲਈ ਸੀ? ਤਾਂ ਕਿ ਐਡਮਿਨਿਸਟ੍ਰੇਸ਼ਨ ਚੰਗੇ ਢੰਗ ਨਾਲ ਚੱਲੇ। ਅਗਲਾ ਪ੍ਰਸ਼ਨ ਦੇਖੋ ਜੀ। ਵਿਚ ਆਫ ਦਾ ਫੋਲੋਇੰਗ ਪੇਅਰਸ ਇਜ਼ ਕਰੈਕਟਲੀ ਮੈਚਡ, ਕਿਹੜੇ ਸਹੀ ਮੈਚ ਹੈ ਜੀ। ਗੁਰੂ ਅਮਰਦਾਸ ਜੀ, ਮੀਰੀ ਪੀਰੀ। ਹੁਣ ਪੰਜਾਬ ਦੇ ਆ ਤੁਸੀਂ, ਤੁਹਾਨੂੰ ਪਤਾ ਹੋਣਾ ਚਾਹੀਦਾ ਮੀਰੀ ਪੀਰੀ ਕੰਸੈਪਟ ਕੌਣ ਲੈ ਕੇ ਆਇਆ ਸੀ? ਗੁਰੂ ਹਰਗੋਬਿੰਦ ਜੀ। ਇਹਦਾ ਮਤਲਬ ਇਹ ਗਲਤ ਹੋ ਗਿਆ। ਗੁਰੂ ਅਰਜਨ ਦੇਵ ਜੀ ਆਦਿ ਗ੍ਰੰਥ ਦੀ ਸੰਕਲਨ ਕੀਤਾ ਸੀ ਆਦਿ ਗ੍ਰੰਥ, ਇਹ ਸਹੀ ਹੈ ਜੀ, ਗੁਰੂ ਅਰਜਨ ਦੇਵ ਜੀ। ਗੁਰੂ ਰਾਮਦਾਸ ਜੀ ਦਲ ਖਾਲਸਾ, ਨਹੀਂ, ਦਲ ਖਾਲਸਾ ਬਾਅਦ 'ਚ ਬਣਿਆ ਸੀ, ਆਈ ਥਿੰਕ ਜੱਸਾ ਸਿੰਘ ਆਹਲੂਵਾਲੀਆ ਦੇ ਨੇਤਰਤਵ ਵਿੱਚ। ਗੁਰੂ ਗੋਬਿੰਦ ਸਿੰਘ ਜੀ ਮੰਜੀ ਪ੍ਰਥਾ, ਨਹੀਂ। ਆਹ ਜੀ ਸਹੀ ਹੈ ਜੀ, ਆਦਿ ਗ੍ਰੰਥ ਦਾ ਸੰਕਲਨ ਕਿਹਨਾਂ ਨੇ ਕੀਤਾ ਸੀ? ਪੰਜਵੇਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ। ਪ੍ਰੇਮ ਵਾਟਿਕਾ, ਪ੍ਰੇਮ ਵਾਟਿਕਾ ਕੀ ਹੈ ਜੀ? ਪੋਇਮਸ ਆ, ਕਵਿਤਾ ਦਾ ਸੰਗ੍ਰਹਿ ਆ। ਕਿਹਨਾਂ ਦੇ ਉੱਤੇ? ਔਨ ਦਾ ਲਾਈਫ ਆਫ ਕ੍ਰਿਸ਼ਨਾ, ਸ਼੍ਰੀ ਕ੍ਰਿਸ਼ਨ ਜੀ ਦੀ ਲਾਈਫ ਦੇ ਉੱਤੇ ਕਵਿਤਾਵਾਂ ਲਿਖੀਆਂ ਆ, ਉਹਨਾਂ ਨੂੰ ਕਹਿੰਦੇ ਜੀ ਪ੍ਰੇਮ ਵਾਟਿਕਾ, ਕਲੈਕਸ਼ਨ ਨੂੰ ਕਹਿੰਦੇ ਪ੍ਰੇਮ ਵਾਟਿਕਾ। ਵਰਕ ਕੰਪੋਜ਼ਡ ਬਾਏ, ਇਹ ਕਿਹਨਾਂ ਨੇ ਲਿਖੀਆਂ ਜੀ? ਇਹ ਕਿਹਨਾਂ ਨੇ ਰਚਨਾ ਕੀਤੀ ਪ੍ਰੇਮ ਵਾਟਿਕਾ? ਬਿਹਾਰੀ, ਸੂਰਦਾਸ, ਰਸਖਾਨ ਤੇ ਕਬੀਰ। ਇਹ ਹੈ ਜੀ ਰਸਖਾਨ। ਰਸਖਾਨ ਦੇਖੋ ਜੀ ਹੈ ਬੰਦਾ ਮੁਸਲਿਮ ਸੀ,
ਪਰ ਉਹਨਾਂ ਦੀ ਨਾ ਸ਼੍ਰੀ ਕ੍ਰਿਸ਼ਨ ਪ੍ਰਤੀ ਡਿਵੋਸ਼ਨ ਸੀ ਤੇ ਉਹਨਾਂ ਨੇ ਇਹ ਪੋਇਮਸ ਲਿਖੀਆਂ ਪ੍ਰੇਮ ਵਾਟਿਕਾ। ਇਸ ਲਈ ਇਹ ਇੰਪੋਰਟੈਂਟ ਹੋ ਜਾਂਦਾ ਪ੍ਰਸ਼ਨ। ਰਸ ਖਾਨ ਲਗਭਗ 1558 ਤੋਂ 1628 ਭਾਵ 16ਵੀਂ ਸ਼ਤਾਬਦੀ ਦੀ ਗੱਲ ਹੋ ਰਹੀ ਹੈ। ਇੱਕ ਹਿੰਦੀ ਕਵੀ ਸੀ, ਹਿੰਦੀ ਦੇ ਕਵੀ ਸੀ ਰਸ ਖਾਨ, ਜੋ ਕਿ ਇੱਕ ਮੁਸਲਮਾਨ ਸੀ ਅਤੇ ਭਗਵਾਨ ਕ੍ਰਿਸ਼ਨ ਦਾ ਉਪਾਸਕ ਸੀ। ਠੀਕ, ਅਗਲਾ ਪ੍ਰਸ਼ਨ ਦੇਖੀਏ ਜੀ। ਆਫਟਰ ਕੰਸੋਲੀਡੇਟਿੰਗ ਹਿਜ਼ ਪਾਵਰ ਬਲਬਨ ਅਜ਼ਿਊਮ ਦਾ ਗ੍ਰੈਂਡ ਟਾਈਟਲ ਆਫ। ਜਦੋਂ ਬਲਬਨ ਨੇ ਸੱਤਾ ਪ੍ਰਾਪਤ ਕਰ ਲਈ ਤਾਂ ਉਹਨੇ ਆਪਣਾ ਸਿਰਲੇਖ ਲਿਆ ਜੀ ਇੱਕ, ਵੀ ਮੈਨੂੰ ਆਹ ਕਿਹਾ ਜਾਵੇ, ਤਾਂ ਉਹਨੂੰ ਕਿਹੜਾ ਸਿਰਲੇਖ ਮਿਲਿਆ ਸੀ? ਤੋਤੀ ਏ ਹਿੰਦ, ਕੇਸਰ ਏ ਹਿੰਦ, ਦੀਨ ਏ ਇਲਾਹੀ, ਜਿੱਲੇ ਇਲਾਹੀ। ਜਿੱਲੇ ਇਲਾਹੀ ਸੀ ਜੀ, ਜਿੱਲੇ ਇਲਾਹੀ। ਇਲਾਹੀ ਹੋ ਗਿਆ ਰੱਬ, ਜਿੱਲ ਹੋ ਗਿਆ ਜੀ ਪਰਛਾਵਾਂ, ਕਿ ਜੇ ਰੱਬ ਦਾ ਕੋਈ ਪਰਛਾਵਾਂ ਹੈ ਧਰਤੀ ਤੇ ਉਹ ਮੈਂ ਆ। ਅਸਲ 'ਚ ਨਾ ਬਾਦਸ਼ਾਹ ਆਪਣੇ ਆਪ ਨੂੰ ਨਾ ਰੱਬ ਤੋਂ ਬਾਅਦ ਦੂਜੇ ਨੰਬਰ ਤੇ ਰੱਖਦੇ ਸੀ। ਕਈ ਬਾਦਸ਼ਾਹਾਂ ਵਿੱਚ ਇਹ ਪ੍ਰਵਿਰਤੀ ਸੀ ਕਿ ਮੈਂ ਬਹੁਤ ਵੱਡਾ ਆ, ਇਹ ਜਨਤਾ ਨੂੰ ਦੱਸਿਆ ਜਾਵੇ ਕਿ ਮੈਂ ਬਹੁਤ ਵੱਡਾ ਆ। ਤੇ ਉਹ ਕੀ ਕਰਦੇ ਆ ਕਿ ਇਸ ਲਈ ਫਿਰ ਵੱਡੇ ਵੱਡੇ ਨਾ ਟਾਈਟਲ ਰੱਖਦੇ ਸੀਗੇ, ਜਿਸ ਤਰ੍ਹਾਂ ਬਲਬਨ ਨੇ ਰੱਖਿਆ ਸੀ ਕਿ ਮੈਂ ਰੱਬ ਦਾ ਪਰਛਾਵਾਂ ਆ, ਜਿੱਲੇ ਇਲਾਹੀ। ਅਗਲਾ ਪ੍ਰਸ਼ਨ। ਹੈਡ ਆਫ ਦਾ ਮਿਲਟਰੀ ਡਿਪਾਰਟਮੈਂਟ ਅੰਡਰ ਦਾ ਰੈਕੋਗਨਾਈਜ਼ਡ ਸੈਂਟਰਲ ਮਸ਼ੀਨਰੀ ਆਫ ਐਡਮਿਨਿਸਟ੍ਰੇਸ਼ਨ ਡਿਊਰਿੰਗ ਅਕਬਰਸ ਰੀਨ। ਅਕਬਰ ਦੇ ਰਾਜ ਦੇ ਦੌਰਾਨ ਜਿਹੜਾ ਮਿਲਟਰੀ ਡਿਪਾਰਟਮੈਂਟ ਦਾ ਹੈਡ ਸੀ ਉਹਨੂੰ ਕੀ ਕਿਹਾ ਜਾਂਦਾ ਸੀ? ਮਿਲਟਰੀ ਡਿਪਾਰਟਮੈਂਟ ਦਾ ਹੈਡ ਦੀਵਾਨ, ਮੀਰ ਬਖਸ਼ੀ, ਮੀਰ ਸਮਨ ਜਾਂ ਬਖਸ਼ੀ। ਇਹ ਹੈ ਜੀ ਮੀਰ ਬਖਸ਼ੀ, ਯਾਦ ਰੱਖ ਲਿਓ। ਐਮ ਤੋਂ ਮੀਰ, ਐਮ ਤੋਂ ਮਿਲਟਰੀ। ਮਿਲਟਰੀ ਡਿਪਾਰਟਮੈਂਟ ਦਾ ਹੈਡ ਅੰਡਰ ਅਕਬਰ ਦੇ ਰਾਜ ਵਿੱਚ ਮਿਲਟਰੀ ਡਿਪਾਰਟਮੈਂਟ ਦੇ ਹੈਡ ਨੂੰ ਕਹਿੰਦੇ ਸੀ ਜੀ ਮੀਰ ਬਖਸ਼ੀ। ਇੰਪੋਰਟੈਂਟ ਪੁਆਇੰਟ ਆ, ਇੰਪੋਰਟੈਂਟ ਕੁਐਸਚਨ ਆ। ਅੱਗੇ ਦੇਖੋ ਜੀ, ਪੜ੍ਹ ਲਈਏ। ਮੀਰ ਬਖਸ਼ੀ ਮੁਗਲ ਸਾਮਰਾਜ ਵਿੱਚ ਮਿਲਟਰੀ ਪ੍ਰਸ਼ਾਸਨ ਦਾ ਮੁਖੀ ਸੀ। ਮੀਰ ਬਖਸ਼ ਦੀ ਜ਼ਿੰਮੇਵਾਰੀ ਖੂਫੀਆ ਜਾਣਕਾਰੀ ਇਕੱਠੀ ਕਰਨਾ, ਇੰਟੈਲੀਜੈਂਸ ਇਕੱਠੀ ਕਰਨਾ ਅਤੇ ਫੌਜੀ ਨਿਯੁਕਤੀਆਂ ਅਤੇ ਤਰੱਕੀਆਂ ਬਾਰੇ ਆਪਣੀ ਰਾਏ ਪੇਸ਼ ਕਰਨਾ ਸੀ, ਸਿਫਾਰਸ਼ਾਂ ਕਰਨਾ ਸੀ। ਇਹ ਗੱਲ ਹੋ ਗਈ। 15ਵਾਂ ਪ੍ਰਸ਼ਨ ਪੜ੍ਹ ਲੈਂਦੇ ਹਾਂ। ਅਸਰਸ਼ਨ ਇੱਕ ਗੱਲ ਆ ਜੀ, ਆਹ ਉਹਦਾ ਰੀਜ਼ਨ ਆ। ਆਪਾਂ ਦੇਖਣਾ ਕਿ ਆਹ ਗੱਲ ਸਹੀ ਆ, ਆਹ ਗੱਲ ਸਹੀ ਆ, ਕਿ ਜਿਹੜਾ ਰੀਜ਼ਨ ਆ ਉਹ ਸਹੀ ਆ ਜੀ, ਸੱਚੀ ਰੀਜ਼ਨ ਹੈਗਾ ਆ। ਇਹ ਗੱਲਾਂ ਆਪਾਂ ਪਤਾ ਕਰਨੀਆਂ ਆਨਸਰ ਦੇ ਵਿੱਚੋਂ। ਪੜ੍ਹ ਲੈਂਦੇ ਹਾਂ। ਅਸਰਸ਼ਨ ਕੀ ਕਹਿੰਦੀ ਆ? The sponsor and the most prominent figure of the Chishti order of Sufis in India is Khwaja Moinuddin Chishti। ਜੇ ਆਪਾਂ ਚਿਸ਼ਤੀ ਸਿਲਸਿਲੇ ਦੀ ਗੱਲ ਕਰੀਏ ਭਾਰਤ ਵਿੱਚ, ਤਾਂ ਸਭ ਤੋਂ ਇੰਪੋਰਟੈਂਟ ਮੇਨ ਇਨਸਾਨ ਕੌਣ ਸੀ? ਖਵਾਜਾ ਮੋਇਨੁਦੀਨ ਚਿਸ਼ਤੀ। ਇਹ ਗੱਲ ਹੈ ਜੀ। ਇਹ ਚਿਸ਼ਤੀ ਸੰਪਰਦਾਇ ਦੇ ਮੋਢੀਆਂ ਵਿੱਚੋਂ ਸੀ। ਭਾਰਤ ਵਿੱਚ ਚਿਸ਼ਤੀ ਸੰਪਰਦਾਇ ਦੇ ਮੋਢੀਆਂ ਵਿੱਚੋਂ ਕੌਣ ਸੀ? ਖਵਾਜਾ ਮੋਇਨੁਦੀਨ ਚਿਸ਼ਤੀ। ਇਹ ਵੀ ਤੁਸੀਂ ਗੱਲ ਯਾਦ ਰੱਖਿਓ ਕਿ ਖਵਾਜਾ ਮੋਇਨੁਦੀਨ ਚਿਸ਼ਤੀ ਜੀ ਦੇ ਚੇਲੇ ਸਨ ਬਖਤਿਆਰ ਕਾਕੀ, ਕੁਤੁਬਦੀਨ ਬਖਤਿਆਰ ਕਾਕੀ, ਤੇ ਉਹਨਾਂ ਦੇ ਮੁਰੀਦ ਸਨ, ਉਹਨਾਂ ਦੇ ਚੇਲੇ ਸਨ ਸ਼ੇਖ ਫਰੀਦ ਜੀ। ਸ਼ੇਖ ਫਰੀਦ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ। ਠੀਕ ਹੈ। The Chishti order takes its name from a village Chishti in Ajmer। ਕਹਿੰਦੇ ਕਿ ਚਿਸ਼ਤੀ ਆਰਡਰ ਦਾ ਨਾਂ ਕਿੱਥੋਂ ਲਿਆ ਗਿਆ ਆ? ਅਜਮੇਰ ਲਾਗੇ ਇੱਕ ਪਿੰਡ ਆ ਚਿਸ਼ਤੀ, ਉਸ ਤੋਂ ਲਿਆ ਗਿਆ ਆ। ਹੁਣ ਸਾਨੂੰ ਇਹ ਗੱਲ ਕਨਫਰਮ ਨਹੀਂ ਹੈਗੀ, ਪਤਾ ਨਹੀਂ ਜੀ। ਹੁਣ ਕਹਿੰਦੇ ਆ ਕਿ in the context of the above two statement which one of the following is correct। ਆਪਾਂ ਦੇਖਣਾ ਕਿ ਆਹ ਕਿਹੜੀ ਗੱਲ ਸਹੀ ਆ। ਪਹਿਲੀ ਗੱਲ ਆਉਂਦੀ ਜੀ ਕਿ both A and R are true but R is the correct explanation of A। ਪਹਿਲਾਂ ਆਪਾਂ ਨਾ ਸਮਝ ਲਈਏ, ਆ ਦੂਸਰੇ ਪੁਆਇੰਟ ਦੀ ਕੁੰਡੀ ਸਮਝ ਲਈਏ ਵੀ ਸਹੀ ਆ ਕਿ ਨਹੀਂ। ਦੇਖੋ, ਚਿਸ਼ਤੀ ਸਿਲਸਿਲਾ ਇਸਲਾਮ ਦੀਆਂ ਰਹੱਸਵਾਦੀ ਸ਼ਾਖਾਵਾਂ ਦੇ ਅੰਦਰ ਇੱਕ ਸੂਫੀ ਸਿਲਸਿਲਾ ਹੈ, ਜਿਸ ਦੀ ਸਥਾਪਨਾ 930 ਈਸਵੀ ਦੇ ਲਗਭਗ ਅਫਗਾਨਿਸਤਾਨ ਦੇ ਹੈਰਾਤ ਨੇੜੇ ਇੱਕ ਛੋਟੇ ਜਿਹੇ ਕਸਬੇ ਚਿਸ਼ਤ ਵਿੱਚ ਕੀਤੀ ਗਈ ਸੀ। ਅਫਗਾਨਿਸਤਾਨ ਦੇ ਲਾਗੇ ਸ਼ੁਰੂ ਹੋਇਆ ਸੀ ਜੀ ਇਹ ਸਿਲਸਿਲਾ, ਬਾਅਦ ਵਿੱਚ ਭਾਰਤ ਵੀ ਆਇਆ। ਇਹਦਾ ਭਾਵ ਹੈ ਜਿਹੜਾ ਚਿਸ਼ਤ ਆ ਨਾ, ਚਿਸ਼ਤੀ, ਇਹ ਚਿਸ਼ਤ ਅਜਮੇਰ ਲਾਗੇ ਕੋਈ ਪਿੰਡ ਨਹੀਂ ਹੈਗਾ, ਇਹ ਅਫਗਾਨਿਸਤਾਨ ਲਾਗੇ ਪਿੰਡ ਆ। ਇਸ ਲਈ ਇਹ ਪੁਆਇੰਟ ਹੋ ਜਾਂਦਾ ਗਲਤ। ਭਾਵ ਇਹ ਸਹੀ ਆ, ਬੀ ਗਲਤ ਆ। ਇਹ ਸਹੀ ਆ, ਬੀ ਗਲਤ ਆ। A is true but reason is false। B ਮਤਲਬ ਰੀਜ਼ਨ ਗਲਤ ਆ ਜੀ। C ਆਂਸਰ ਹੋ ਗਿਆ। ਆਪਾਂ ਥੋੜਾ ਹੋਰ ਗਿਆਨ ਲੈ ਲਈਏ। ਇਹ ਚਿਸ਼ਤੀ ਸਿਲਸਿਲਾ ਅਬੂ ਇਸਹਾਕ ਸ਼ਮੀ
ਜੋ ਕਿ ਸੀਰੀਆ ਦਾ ਬੰਦਾ ਸੀ, ਉਸ ਦੁਆਰਾ ਸਥਾਪਿਤ ਕੀਤਾ ਗਿਆ ਸੀ। ਚਿਸ਼ਤੀ ਸੰਤਾਂ ਵਿੱਚੋਂ ਸਭ ਤੋਂ ਮਸ਼ਹੂਰ ਮੋਇਨੂਦੀਨ ਚਿਸ਼ਤੀ ਸਨ ਜਾਂ ਹਨ, ਜੋ ਗਰੀਬ ਨਵਾਜ਼ ਵਜੋਂ ਵੀ ਜਾਣੇ ਜਾਂਦੇ ਹਨ। ਇਹ ਪ੍ਰਸ਼ਨ ਆ ਜਾਣਾ ਕਿ ਗਰੀਬ ਨਵਾਜ਼ ਵੀ ਗਰੀਬਾਂ ਨੂੰ ਬਖਸ਼ਿਸ਼ਾਂ ਦੇਣ ਵਾਲਾ ਕਿਹੜਾ ਸੂਫੀ ਸੰਤ ਹੈ ਜੀ? ਉਹ ਜੀ ख्वाजा मोइनुद्दीन चिश्ती। ਇਸ ਦਾ ਅਰਥ ਹੈ ਗਰੀਬਾਂ ਦਾ ਦਾਨੀ, ਗਰੀਬਾਂ ਨੂੰ ਦਾਨ ਦੇਣ ਵਾਲਾ, ਜੋ ਅਜਮੇਰ ਭਾਰਤ ਵਿੱਚ ਵਸ ਗਏ ਸਨ। ਠੀਕ ਹੈ ਜੀ, ਅਜਮੇਰ ਭਾਰਤ ਵਿੱਚ ਵਸ ਗਏ ਸਨ। ਆਪਾਂ ਸਮਝੀਏ ਨਾ, ਦੇਖੋ ਇੱਥੋਂ ਨਾ ਆਪਣੇ ਪੱਛਮ ਮੁਲਕਾਂ ਤੋਂ, ਸਾਡੇ ਤੋਂ ਪੱਛਮ ਮੁਲਕ ਯੂਰਪ ਵਾਲੇ ਨਹੀਂ, ਆਪਾਂ ਅਰਬ ਕੰਟਰੀਆਂ ਕਹਿ ਦਈਏ, ਈਰਾਨ, ਇਰਾਕ, ਸਾਊਦੀ ਅਰਬ, ਇੱਦਾਂ ਦੀਆਂ, ਤੁਰਕੀ, ਇਹ ਅਰਬ ਕੰਟਰੀਆਂ ਕਹਿ ਦਈਏ ਆਪਾਂ ਨਾ ਇੱਧਰ ਦੀਆਂ। ਉੱਥੋਂ ਫਿਰ ਨਾ ਜਿਹੜੇ ਸੂਫੀ ਸੀ ਉੱਧਰ ਪੈਦਾ ਹੋਏ ਸੀ, ਉੱਧਰੋਂ ਇਹ ਸਿਲਸਿਲਾ ਚੱਲਿਆ ਸੀ। ਫਿਰ ਹੌਲੀ ਹੌਲੀ ਉਹ ਭਾਰਤ ਵੀ ਆ ਗਏ। ਇਹਨਾਂ ਦੀ ਅਲੱਗ ਅਲੱਗ ਬ੍ਰਾਂਚਾਂ ਭਾਰਤ ਕੇ ਆ ਕੇ ਵੀ ਇਹਨਾਂ ਨੇ ਆਪਣਾ ਬੂਟਾ ਲਾ ਲਿਆ, ਜੋ ਕਿ ਕਾਫੀ ਪ੍ਰਫੁੱਲਿਤ ਹੋਇਆ। ਆਹ ਸੀ ਮੇਨ ਗੱਲ ਕਿ ਸੂਫੀ ਉੱਧਰੋਂ ਤੁਰਕ ਤੋਂ, ਈਰਾਨ ਤੋਂ, ਹੈ ਨਾ, ਕੋਈ ਸੀਰੀਆ ਦਾ ਬੰਦਾ ਸੀ, ਹੈ ਨਾ, ਉਹਦੇ ਥਰੂ ਭਾਰਤ ਵੀ ਆ ਗਏ। ਠੀਕ ਹੈ ਜੀ, ਤੇ ਫਿਰ ਭਾਰਤ ਵਿੱਚ ਇਹਨਾਂ ਨੇ ਆਪਣੀ ਆਪਣੀ ਬ੍ਰਾਂਚਾਂ ਬਣਾ ਲਈਆਂ। ਠੀਕ ਹੈ ਜੀ, ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ, ਬਾਕੀ ਨੈਕਸਟ ਕਲਾਸ ਕਰਦੇ ਹਾਂ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ।